पंजाब विधान सभा की कार्यविधि ਅਤੇ ਕਾਰਜ संचालन नियमावली के नियम 18 की पैरवी विच मैं आप जी नूं दसदा हां कि राजपाल जी ने संविधान के अनुच्छेद 176 एक के अधीन 21 मार्च 2022 ਨੂੰ 2 ਵਜੇ ਬਾਅਦ ਦੁਪਹਿਰ ਪੰਜਾਬ ਵਿਧਾਨ ਸਭਾ ਨੂੰ ਭਾਸ਼ਣ ਦੇਣ ਦੀ ਕਿਰਪਾਲਤਾ ਕੀਤੀ ਹੈ। ਭਾਸ਼ਣ ਦੀ ਇੱਕ ਕਾਪੀ सदन की मेज पे रखी जाती है। सदस्यों द्वारा ऐलान। श्रीमान जी, मैं 15वीं पंजाब विधान सभा द्वारा इस 16वें विशेष समागम दौरान पास किए गए बिलों जिन्हों ते राज्यपाल जी ने अपनी सहमति दे दी है का वेरवा सदन की मेज पे रखता हूँ। अगली आइटम मेज पे रखे जाने वाले कागज पत्र। मानयोग मुख्यमंत्री जी मानयोग स्पीकर साहब, मैं अज की कार्यसूची के विच मद नंबर 3 अधीन दर्शाए गए लड़ी नंबर 1 तो 7 तक के कागज पत्र सदन की मेज पर रखता हाँ, जिमें कि वक्-वक् नियमां की लोड़ींदा है। नियम 16 अधीन प्रस्ताव। मानयोग मुख्यमंत्री जी प्रस्ताव पेश कर। मानयोग स्पीकर साहब, मैं प्रस्ताव करता हाँ कि विधान सभा अज इसके उठ जाने से अनमिथे समय लिए स्थगित हो जाए। प्रस्ताव पेश किया गया कि विधान सभा अज इस दे उठ जाण ते अणमिथे समय ਲਈ स्थगित हो जाएगी। प्रश्न है कि विधान सभा अज इस दे उठ जाण ते अणमिथे समय ਲਈ स्थगित हो जाएगी। ਜਿਹੜੇ मानयोग मैंबर प्रस्ताव के हक में हैं वो हाँ कहन, ਜਿਹੜੇ मानयोग मैंबर प्रस्ताव के विरुद्ध हैं वो ना कहन। मैं समझदा हाँ कि हाँ पक्ष की जित है, हाँ पक्ष की जित है, प्रस्ताव स्वीकार होया। सर हाँ प्रस्ताव सर्वसम्मति नाल स्वीकार होया। अगली आइटम साल 2022-23 ਲਈ ਚੁਣੀਆਂ ਜਾਣ ਵਾਲੀਆਂ ਕਮੇਟੀਆਂ ਦੇ ਗਠਨ ਸੰਬੰਧੀ प्रस्ताव। मानयोग मुख्यमंत्री जी प्रस्ताव पेश कर। मानयोग स्पीकर साहब, मैं प्रस्ताव करता हाँ क्यों जो साल 2022-2023 लेखा जोखा कमेटी, अनुमान कमेटी, सरकारी कारोबार कमेटी ਅਤੇ अनुसूचित जातियां, अनुसूचित कबीलियां ਅਤੇ पछड़ियां श्रेणियां की भलाई संबंधी कमेटी 31 मार्च 2022 तो बाद तो पहला कीतियां जानियां बनदियां हैं। ਅਤੇ क्यों जो सदन को बाकी रहिंदा समा घट है ਅਤੇ ਸਧਾਰਨ रूप में इन्हां कमेटियां ਲਈ चोण करवाना संभव नहीं है, इसलिए हुणे सदन स्पीकर पंजाब विधान सभा ਨੂੰ सदन ਵਿੱਚ ਵੱਖ-ਵੱਖ ਪਾਰਟੀਆਂ ਅਤੇ ਗਰੁੱਪਾਂ ਦੀ ਅਨੁਪਾਤੀ ਸੰਖਿਆ ਨੂੰ ਧਿਆਨ 'ਚ ਰੱਖਦੇ ਹੋਏ ਉਕਤ ਵਰਨਿਤ ਸਾਲ ਲਈ ਉਪਰੋਕਤ ਕਮੇਟੀਆਂ ਦੇ ਮੈਂਬਰ ਨਾਮਜ਼ਦ ਕਰਨ ਦਾ ਦਿੱਤਾ ਦਿੰਦਾ ਹੈ। ਇਹ ਸਦਨ ਹੋਰ ਇਹ ਵੀ ਮਤਾ ਪਾਉਂਦਾ ਹੈ ਕਿ ਉਪਰੋਕਤ ਮੰਤਵ ਲਈ ਸਾਲ 2022-2023 ਲਈ ਉਕਤ ਕਮੇਟੀਆਂ ਦੀਆਂ ਚੋਣਾਂ ਸੰਬੰਧੀ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਭਾਲਣ ਨਿਯਮਾਵਲੀ ਦੇ ਨਿਯਮ ਜੋ ਉਕਤ ਮਤੇ ਨਾਲ ਮੇਲ ਨਾ ਖਾਂਦੇ ਹੋਣ ਜਾਂ ਉਸਦੇ ਉਲਟ ਹੋਣ ਮੁਅੱਤਲ ਰਹਿਣਗੇ। प्रस्ताव पेश किया गया कि क्यों जो साल 2022-23 ਲਈ लोक लेखा कमेटी, अनुमान कमेटी, सरकारी कारोबार कमेटी ਅਤੇ अनुसूचित जातियां, अनुसूचित कबीलियां ਅਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਲਈ ਚੋਣਾਂ 31 ਮਾਰਚ 2022 ਤੋਂ ਪਹਿਲਾਂ ਕੀਤੀਆਂ ਜਾਣੀਆਂ ਬਣਦੀਆਂ ਹਨ ਅਤੇ ਕਿਉਂ ਜੋ ਸਦਨ ਕੋਲ ਬਾਕੀ ਰਹਿੰਦਾ ਸਮਾਂ ਬਹੁਤ ਘੱਟ ਹੈ ਅਤੇ ਸਧਾਰਨ ਰੂਪ ਵਿੱਚ ਇਹਨਾਂ ਕਮੇਟੀਆਂ ਲਈ ਚੋਣ ਕਰਵਾਉਣਾ ਸੰਭਵ ਨਹੀਂ ਹੈ, ਇਸ ਲਈ ਹੁਣੇ ਸਦਨ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਸਦਨ ਵਿੱਚ ਵੱਖ-ਵੱਖ ਪਾਰਟੀਆਂ ਗਰੁੱਪਾਂ ਦੀ ਅਨੁਪਾਤੀ ਸੰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ
ਉਕਤ ਵਰਣਿਤ ਸਾਲ ਲਈ ਉਪਰੋਕਤ ਕਮੇਟੀਆਂ ਦੇ ਮੈਂਬਰ ਨਾਮਜ਼ਦ ਕਰਨ ਦਾ ਅਧਿਕਾਰ ਦਿੰਦਾ ਹੈ। ਇਹ ਸਦਨ ਹੋਰ ਇਹ ਵੀ ਮਤਾ ਪਕਾਉਂਦਾ ਹੈ ਕਿ ਉਪਰੋਕਤ ਮੰਤਵ ਲਈ ਸਾਲ 2022-23 ਲਈ ਉਕਤ ਕਮੇਟੀਆਂ ਦੀਆਂ ਚੋਣਾਂ ਸੰਬੰਧੀ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਨਿਯਮ ਜੋ ਉਕਤ ਮਤੇ ਨਾਲ ਮੇਲ ਨਾ ਖਾਂਦੇ ਹੋਣ ਜਾਂ ਇਸ ਦੇ ਉਲਟ ਹੋਣ ਮੁਅੱਤਲ ਰਹਿਣਗੇ। ਪ੍ਰਸ਼ਨ ਇਹ ਹੈ ਕਿ ਕਿਉਂ ਜੋ ਸਾਲ 2022-23 ਲਈ ਲੋਕ ਲੇਖਾ ਕਮੇਟੀ, ਅਨੁਮਾਨ ਕਮੇਟੀ, ਸਰਕਾਰੀ ਕਾਰੋਬਾਰ ਕਮੇਟੀ ਅਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਲਈ ਚੋਣਾਂ 31 ਮਾਰਚ 2022 ਤੋਂ ਪਹਿਲਾਂ ਕੀਤੀਆਂ ਜਾਣੀਆਂ ਬਣਦੀਆਂ ਹਨ ਅਤੇ ਕਿਉਂ ਜੋ ਸਦਨ ਕੋਲ ਬਾਕੀ ਰਹਿੰਦਾ ਸਮਾਂ ਬਹੁਤ ਘੱਟ ਹੈ ਅਤੇ ਸਧਾਰਨ ਰੂਪ ਵਿੱਚ ਇਹ ਕਮੇਟੀਆਂ ਲਈ ਚੋਣਾਂ ਕਰਵਾਉਣਾ ਸੰਭਵ ਨਹੀਂ ਹੈ, ਇਸ ਲਈ ਹੁਣ ਇਹ ਸਦਨ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਸਦਨ ਵਿੱਚ ਵੱਖ-ਵੱਖ ਪਾਰਟੀਆਂ ਗਰੁੱਪਾਂ ਦੀ ਅਨੁਪਾਤੀ ਸੰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਕਤ ਵਰਣਿਤ ਸਾਲ ਲਈ ਉਪਰੋਕਤ ਕਮੇਟੀਆਂ ਦੇ ਮੈਂਬਰ ਨਾਮਜ਼ਦ ਕਰਨ ਦਾ ਅਧਿਕਾਰ ਦਿੰਦਾ ਹੈ। ਇਹ ਸਦਨ ਹੋਰ ਇਹ ਵੀ ਮਤਾ ਪਕਾਉਂਦਾ ਹੈ ਕਿ ਉਪਰੋਕਤ ਮੰਤਵ ਲਈ ਸਾਲ 2022-23 ਲਈ ਉਕਤ ਕਮੇਟੀਆਂ ਦੀਆਂ ਚੋਣਾਂ ਸੰਬੰਧੀ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਨਿਯਮ ਜੋ ਉਕਤ ਮਤੇ ਨਾਲ ਮੇਲ ਨਾ ਖਾਂਦੇ ਹੋਣ ਜਾਂ ਉਸ ਦੇ ਉਲਟ ਹੋਣ ਮੁਅੱਤਲ ਰਹਿਣਗੇ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ। ਅਗਲੀ ਆਈਟਮ ਰਾਜਪਾਲ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਅਤੇ ਬਹਿਸ। ਮਾਨਯੋਗ ਮੁੱਖ ਮੰਤਰੀ ਜੀ। ਮਾਨਯੋਗ ਸਪੀਕਰ ਸਾਹਿਬ, ਕੱਲ ਮਾਨਯੋਗ ਰਾਜਪਾਲ ਜੀ ਨੇ ਵਿਧਾਨ ਸਭਾ ਨੂੰ ਸੰਬੋਧਨ ਕੀਤਾ ਸੀ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਸਾਡੇ ਜ਼ਿਆਦਾਤਰ ਮਾਨਯੋਗ ਮੈਂਬਰ ਵਿਪਕਸ਼ ਦੇ ਵੀ ਤੇ ਸੱਤਾਧਾਰੀ ਵੀ ਉਹ ਨਵੇਂ ਚੁਣ ਕੇ ਆਏ ਨੇ, ਪਹਿਲੀ ਵਾਰ ਚੁਣ ਕੇ ਆਏ ਨੇ, ਉਹਨਾਂ ਨੇ ਤਿਆਰੀ ਵੀ ਕਰਨੀ ਹੈ। ਇਸ ਲਈ ਧੰਨਵਾਦ ਪ੍ਰਸਤਾਵ ਅਤੇ ਮਾਨਯੋਗ ਰਾਜਪਾਲ ਜੀ ਦੇ ਭਾਸ਼ਣ ਤੇ ਬਹਿਸ ਅਗਲੇ ਸੈਸ਼ਨ ਦੌਰਾਨ ਕਰਾ ਲਈ ਜਾਵੇ। ਇਸੇ ਨਾਲ ਮਾਨਯੋਗ ਮੈਂਬਰਾਂ ਨੂੰ ਆਪਣੀ ਗੱਲ ਕਹਿਣ ਦਾ ਖੁੱਲ੍ਹਾ ਸਮਾਂ ਮਿਲ ਜਾਵੇ। ਸਦਨ ਦੇ ਮਾਨਯੋਗ ਨੇਤਾ ਦੀ ਇੱਛਾ ਅਨੁਸਾਰ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਰਾਜਪਾਲ ਜੀ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਅਤੇ ਬਹਿਸ ਨੂੰ ਵਿਧਾਨ ਸਭਾ ਦੇ ਅਗਲੇ ਸਮਾਗਮ ਤੱਕ ਟੇਕ ਅਪ ਕਰ ਲਿਆ ਜਾਵੇ। ਸਦਨ ਦੀ ਸਹਿਮਤੀ ਅਨੁਸਾਰ ਇਹ ਆਈਟਮ ਅਗਲੇ ਸਮਾਗਮ ਵਿੱਚ ਟੇਕ ਅਪ ਕੀਤੀ ਜਾਵੇਗੀ। ਧੰਨਵਾਦ। ਅਗਲੀ ਆਈਟਮ ਸਰ ਜੀ ਸੀ ਮੈਂ ਰਾਜਾ ਵੜਿੰਗ ਜੀ, ਮੈਂ ਚਾਹੁੰਦਾ ਕਿ ਅਗਲਾ ਸੈਸ਼ਨ ਆਪਾਂ ਕਾਫੀ ਲੰਬਾ ਕਰਾਂਗੇ ਔਰ ਤੁਹਾਨੂੰ ਖੁੱਲ੍ਹਾ ਟਾਈਮ ਮਿਲੇ, ਉਹ ਪੜ੍ਹਨ ਦਾ ਵੀ ਮੌਕਾ ਮਿਲੇ, ਕੁਛ ਤੁਹਾਨੂੰ ਤੁਹਾਡੀਆਂ ਜਿਹੜੇ ਸੁਝਾਅ ਆਉਣਗੇ ਉਹਦੇ ਵਿੱਚੋਂ ਉਹ ਸਰਕਾਰ ਜਿਹੜੀ ਆ ਉਹਨੂੰ ਸੁਣੇ ਤੇ ਉਹਨਾਂ ਤੇ ਅਮਲ ਕਰਾਂਗੇ ਤੇ ਲੰਬੀ ਬਹਿਸ ਹੋਵੇ। ਸੀਐਮ ਸਾਹਿਬ ਇਹ ਵੀ ਤੁਹਾਡਾ ਇਸ ਜੈਸਟ ਲਈ ਧੰਨਵਾਦ ਕਰਦੀ ਹੈ ਕਿਉਂਕਿ ਅਸੀਂ ਸਾਰਾ ਪੰਜਾਬ ਹੀ ਲੰਬੇ ਸੈਸ਼ਨ ਲਈ ਪ੍ਰਦਰਸ਼ਨ ਕਰਦਾ ਰਿਹਾ ਤੇ ਬਹੁਤ ਧੰਨਵਾਦ ਤੁਹਾਡਾ। ਅਗਲੀ ਇੱਕ ਸਰ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਜੀ ਇੱਕ ਮੈਂ ਹੋਰ ਪ੍ਰਸਤਾਵ ਕਰਦਾ ਜੀ। ਮੈਨੂੰ ਉਮੀਦ ਹੈ ਕਿ ਸਾਰੇ ਇਸ ਗੱਲ ਨਾਲ ਸਹਿਮਤ ਹੋਣਗੇ। ਸਪੀਕਰ ਸਾਹਿਬ, ਮੈਂ ਪ੍ਰਸਤਾਵ ਕਰਦਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਲਈ ਬੇਮਿਸਾਲ ਕੁਰਬਾਨੀ ਜਿਹਦੀ ਦੁਨੀਆ 'ਚ ਚਰਚਾ ਹੁੰਦੀ ਹੈ, ਫਾਂਸੀ ਦੇ ਰੱਸੇ ਨੂੰ ਚੁੱਕ ਕੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ। ਉਹਨਾਂ ਦੀ ਸ਼ਹੀਦੀ ਨੇ ਭਾਰਤ ਦੇ ਲੋਕਾਂ ਨੂੰ ਐਸੀ ਚਿਣ ਗਲਾਈ ਕਿ ਅੰਗਰੇਜ਼ਾਂ ਨੂੰ ਦੇਸ਼ ਦਾ ਛੱਡਣ ਲਈ ਮਜਬੂਰ ਜਿਹੜਾ ਹੋਣਾ ਪਿਆ। ਤੋਂ ਪੰਜਾਬ ਦੇ ਹਰ ਨੌਜਵਾਨ ਦੇ, ਦੇਸ਼ ਦੇ ਹਰ ਨੌਜਵਾਨ ਦੇ ਸ਼ਹੀਦ ਆਜ਼ਮ ਭਗਤ ਸਿੰਘ ਰੋਲ ਮਾਡਲ ਨੇ। ਉਹ 23 ਸਾਲ ਦੇ ਸੀ ਜਿਸ ਵੇਲੇ ਸ਼ਹੀਦੀ ਹੋਈ, ਉਹ ਅੱਜ ਵੀ 23 ਸਾਲ ਦੇ ਨੇ, ਉਹ 23 ਸਾਲ ਦੀ ਰਹਿਣਗੇ, ਅਮਰ ਨੇ ਉਹ। ਤੋਂ ਇਸ ਤੋਂ ਇਲਾਵਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੇ ਸੰਵਿਧਾਨ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਉਹਨਾਂ ਨੇ ਸੰਵਿਧਾਨ ਲਿਖਿਆ, ਇਸੇ ਕਰਕੇ ਉਹਨਾਂ ਨੂੰ ਸੰਵਿਧਾਨ ਦੇ ਨਿਰਮਾਤਾ ਕਿਹਾ ਜਾਂਦਾ ਹੈ। ਇਹ ਇਸੇ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਉਹਨਾਂ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਲਈ ਇਹ ਸਦਨ ਰਾਜ ਸਰਕਾਰ ਨੂੰ ਪੁਰਜੋਰ ਸਿਫਾਰਿਸ਼ ਕਰਦਾ ਹਾਂ ਕਿ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਪੰਜਾਬ ਵਿਧਾਨ ਸਭਾ 'ਚ ਲਾਏ ਜਾਣ ਲਈ ਯੋਗ ਕਾਰਵਾਈ ਕੀਤੀ ਜਾ ਸਕੇ ਤਾਂ ਜੋ ਲੋਕਾਂ ਦੇ ਨੁਮਾਇੰਦੇ ਉਹਨਾਂ ਤੋਂ ਸੇਧ ਲੈ ਸਕਣ ਤੇ ਨਿਰਸਵਾਰਥ ਭਾਵਨਾ ਨਾਲ ਦੇਸ਼ ਦੀ ਸੇਵਾ ਕਰ ਸਕਣ। ਜੀ
प्रस्ताव पेश कर लांगी मैं। प्रस्ताव पेश किया गया कि शहीद आजम सरदार भगत सिंह देश की आजादी की खातर फांसी के रस्सियां नूं चुम के शहीदी प्राप्त कर गए ਅਤੇ ਉਹਨਾਂ ਦੀ ਸ਼ਹੀਦੀ ਨੇ ਭਾਰਤ ਦੇ ਲੋਕਾਂ ਵਿੱਚ ਐਸੀ ਚਿੰਨ੍ਹ ਲਗਾਈ ਕਿ ਅੰਗਰੇਜ਼ਾਂ ਨੂੰ ਦੇਸ਼ ਆਜ਼ਾਦ ਕਰਨ ਲਈ ਮਜਬੂਰ ਹੋਣਾ ਪਿਆ। ਪੰਜਾਬ ਦਾ ਹਰ ਨੌਜਵਾਨ ਅਤੇ ਬਸ਼ਿੰਦਾ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦਾ ਹੈ। ਸਾਡਾ ਵੀ ਉਹਨਾਂ ਪ੍ਰਤੀ ਕੁਝ ਕਰਨ ਦਾ ਫਰਜ਼ ਬਣਦਾ ਹੈ। ਇਸ ਤੋਂ ਇਲਾਵਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਜਾ ਰਿਹਾ ਸੀ ਤਾਂ ਬਾਬਾ ਸਾਹਿਬ डॉक्टर भीमराव अंबेडकर जी का संविधान लिखण में बहुत बड़ा योगदान रहा है। इसे करके उन्होंने संविधान के निर्माता भी कहा जाता है। इस तरह की महान शख्सियत को हमेशा अपनी याद में रखना बनता है और सानू उन्होंने जिंदगी तो सेध लैनी चाहिए है। इसलिए ये सदन राज सरकार को पुरजोर सिफारिश करता है कि शहीद भगत सिंह जी ते बाबा भीमराव अंबेडकर जी के बुत पंजाब विधान सभा में लगाए जाने लई योग कार्रवाई की जाए तां जो लोकां दे नुमाइंदे उन्हां तो सेध लै सकण अते निस्वार्थ भावना नाल देश की सेवा कर सकण। जी चीमा साहब। स्पीकर साहब तुहाडा बहुत बहुत धन्यवाद। सब तो पहला मैं पंजाब के मुख्यमंत्री सरदार भगवंत सिंह मान जी का बहुत बहुत धन्यवाद करना चाहूँगा जिन्हों की सोच के कारण अज पंजाब की विधान सभा के अंदर शहीद आजम भगत सिंह बाबा साहब भीमराव अंबेडकर जी के बुत लग रहे हैं। मैं इस मते की प्रौढ़ता भी कर दांगा और मान साहब का दिल के रंजन तो बहुत बहुत धन्यवाद कर दांगा। थैंक यू। सरदार प्रताप सिंह जी बाजवा साहब। बहुत नेक ख्याल ने सीएम साहब जिथे उन्होंने शहीद आजम भगत सिंह से अंबेडकर जी के बहुती गल की तो मैं राय देवांगा कि एक ही गोल्डन पीरियड रहा सिख राज का महाराजा रणजीत सिंह जी उन्होंने भी जरूर याद रखिए उन्होंने भी जरूर किया। फोटो ही लगी बुत की गल बुत की गल कर जो फोटो होंगे तो बाकी भी लगियां ने गोल्डन पीरियड। हाँ ये मैं चाहवागा कि महाराजा रणजीत सिंह जी का भी इतने दो तुसी बहुत अच्छे कदम उठाए ये भी करो क्योंकि अगे भी बहुत कुछ अजे साडे सामने आना है जिस वास्ते सानू तिन्हां दी ही बड़ी लोड़ रही है। बहुत अच्छा सुझाव बाजवा साहब जिन्होंने शेरे पंजाब महाराजा रणजीत सिंह उन्होंने कुर्बानी उन्होंने राज में तो भुल नहीं सकते। बहुत बहुत मेहरबानी तुसी इस तरह सुझाव दिता और असीं इहदे बारे भी जो कार्रवाई करांगे। और एक होर फैसला जो पिछली सरकार ने थोड़ा जहा बदलता सी कल शहीद आजम सरदार भगत सिंह राजगुरु सुखदेव होरां दी बरसी है। सिर्फ नवां शहर दे विच छुट्टी होंदी सी। शहीद आजम कल्ले नवां शहर दे नहीं सी तो पूरे देश दे ने। सो असीं पंजाब सरकार वालों कल नूं पूरे पंजाब दे विच छुट्टी अते ये कह के कि ताकि बच्चे स्कूलों के कॉलेजों के नौजवान मुंडे कुड़ियाँ उन्होंने टीचर उन्होंने मापे हुसैनी वाला या खटखड़ कलां जाके उन्होंने जिंदगी बारे कुछ पढ़ के आउन। सो कल छुट्टी करा राजा अमरीक जी। मान साहब ने क्या स्पीकर साहब मुख्यमंत्री साहब ने कि वो पिछली बार ये बदलता सी शहीद आजम भगत सिंह की कुर्बानी के अगे तो सारी दुनिया का सिर झुकता है। बेशक वो पिछली सरकार से बेशक होने वाली है तो बेशक आने वाली है लेकिन छुट्टी मेरा ख्याल शहीद आजम भगत सिंह दे नाम नाल देनी ठीक है वो नवांशहर होंगी है और इन्हों को बहुत ही मैं समझदा कि श्रद्धांजलि अर्पित नहीं होगी। चंगा होगा कि जे असीं छुट्टी की बजाय उस दिन स्कूलों कॉलेजेस ऑफिस के शहीद आजम के नाम के बारे लोगों को दसिया जाए कई जो बच्चे है पीढ़ियां किदा कुर्बानी की कितने कितने जेलों च रहे साडे वाले चों नहीं पूरे पता कि कितने कितने होया। मैनूं लगता कि मेरी बेनती है मुख्यमंत्री साहब राही कि उस दिन अगर पूरा दिन
पूरा दिन हाँ सीएम साहब जी, खड़े। जी, राजा CM साहब खड़े, राजा जी CM साहब खड़े। राजा जी ये भी मेरे दिमाग 'ਚ है ਤੁਹਾਨੂੰ ਪਤਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੁੰਦਾ ਹੈ ਜੀ ਕਮਾਲ ਹੈ ਯਾਰ ਤੁਹਾਨੂੰ ਇਹ ਨਹੀਂ ਪਤਾ ਕਿ ਜਨਮ ਦਿਨ ਕਦੋਂ 28 ਸਤੰਬਰ ਨੂੰ ਹੁੰਦਾ ਹੈ 28 ਸਤੰਬਰ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਕੋਰੀਓਗ੍ਰਾਫੀਜ਼ ਤੇ ਨਾਲ ਨਾਲ ਨਾਟਕ ਉਹਨਾਂ ਦੀ ਜ਼ਿੰਦਗੀ ਬਾਰੇ ਉਹ ਜਿਹੜਾ ਪੂਰਾ ਦਿਨ ਸ਼ਹੀਦ ਆਜ਼ਮ ਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਣ ਨੂੰ ਹੋਊਗਾ ਅੱਜ ਤੋਂ ਨੋਟ ਕਰ ਲਓ 28 ਸਤੰਬਰ ਹੁੰਦਾ ਹੈ नहीं मैं मुख्यमंत्री साहब नहीं मैं चीफ मिनिस्टर साहब ਨੂੰ ਆਪਾਂ ਇਹਨੂੰ क्योंकि पहला सदन है ਪਹਿਲਾਂ ਸਦਨ नहीं पर मेरी ये राय है मेरी ये राय ਮੈਂਬਰ ਸਾਹਿਬ ਆਪਣਾ ਬਹਿਸ ਸ਼ਹੀਦ ਕਰਾਂਗੇ ਸ਼ਹੀਦ ਆਜ਼ਮ ਦੀ ਗੱਲ ਤੇ ਆਪਾਂ ਬਹਿਸ ਕਰੋ ਜੀ ਬਹਿਸ ਕਰ ਕੇਅਰ ਨੂੰ ਐਡਰੈਸ ਕਰੋ ਜੀ ਕੇਅਰ ਨੂੰ ਐਡਰੈਸ ਕਰੋ ਇੱਕ ਮਿੰਟ ਜਨਾਬ ਮਨਜੀਤ ਸਿੰਘ ਬਲਾਸਪੁਰ ਬਹੁਤ ਬਹੁਤ ਧੰਨਵਾਦ ਜੀ ਸਪੀਕਰ ਸਾਹਿਬ ਮੈਂ ਰਾਜਾ ਜੀ ਨੂੰ ਤੁਹਾਡੇ ਜਰੀਏ ਇਹੀ ਕਹਿਣਾ ਚਾਹੁੰਦਾ ਕਿ ਹਾਲੇ ਸਰਕਾਰ ਕੱਲ੍ਹ ਹੀ ਬਣੀ ਹੈ ਤੇ ਟਾਈਮ ਥੋੜਾ ਹੁਣ ਜਿਸ ਤਰ੍ਹਾਂ ਸਾਡੇ ਸੀਐਮ ਸਾਹਿਬ ਨੇ ਛੁੱਟੀ ਦਾ ਐਲਾਨ ਕੀਤਾ ਬਹੁਤ ਵਧੀਆ ਗੱਲ ਹੈ 28 ਸਤੰਬਰ ਤੱਕ ਅਸੀਂ ਯੋਗ ਪ੍ਰਬੰਧ ਸਾਡੇ ਸੀਐਮ ਸਾਹਿਬ ਕਰਨਗੇ ਉਸ ਤੋਂ ਬਾਅਦ ਮੈਂਬਰ ਸਾਹਿਬ, ਕੋਰੀਓਗ੍ਰਾਫੀ ਜੋ ਨਾਟਕ ਵਗੈਰਾ ਮੈਂਬਰ ਬਹੁਤ ਸਾਹਿਬ ਇਹ ਇਸ ਸਮੇਂ ਬਹਿਸ ਹੋ ਰਹੀ ਹੈ ਕਿ ਮਤਾ ਪੇਸ਼ ਕੀਤਾ ਕਿ ਬੁੱਤ ਲਾਉਣੇ ਉਹਦੇ ਸੰਬੰਧੀ ਜੇ ਕੋਈ ਗੱਲ ਕਹਿਣੀ ਹੈ ਤਾਂ ਠੀਕ ਹੈ ਸਰ ਮਨਪ੍ਰੀਤ ਸਿੰਘ ਜੀ ਆ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਜੀ ਦਾ ਸਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਲਿਆ ਕਿ ਸ਼ਹੀਦ ਭਗਤ ਸਿੰਘ ਜੀ ਅਤੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤ ਨੇ ਵਿਧਾਨ ਸਭਾ 'ਚ ਲਾਏ ਜਾਣੇ ਨੇ ਇੱਕ ਬਹੁਤ ਵਧੀਆ ਸੁਝਾਅ ਆ ਬਾਜਵਾ ਸਾਹਿਬ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਦਾ ਬਹੁਤ ਵਧੀਆ ਰਾਜ ਰਿਹਾ ਉਹਨਾਂ ਦਾ ਬੁੱਤ ਲਾਉਣ ਦੀ ਵੀ ਗੱਲ ਆਈ ਹੈ ਤੇ ਉਹਦੇ ਨਾਲ ਹੀ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੂੰ ਬਾਲਾ ਸ਼ਹੀਦ ਦੇ ਨਾਮ ਨਾਲ ਜਾਣਿਆ ਜਾਂਦਾ ਸਭ ਤੋਂ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਮਹਾਨ ਕੁਰਬਾਨੀ ਦਿੱਤੀ ਸਾਡੇ ਦੇਸ਼ ਨੂੰ ਯਾਦ ਕਰਾਉਣ ਦੇ ਲਈ ਅਤੇ ਜਿਨ੍ਹਾਂ ਨੂੰ ਆਦਰਸ਼ ਮੰਨਦੇ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੀ ਤਸਵੀਰ ਆਪਣੀ ਜੇਬ ਦੇ ਵਿੱਚ ਰੱਖਦੇ ਸੀ ਸੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਦਾ ਪਿੰਡ ਮੇਰੇ ਹਲਕੇ ਦੇ ਵਿੱਚ ਆ ਸੋ ਉਹਨਾਂ ਨੂੰ ਵੀ ਜ਼ਰੂਰ ਉਹਨਾਂ ਦਾ ਵੀ ਬੁੱਤ ਲੱਗਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਮੇਰੀ ਮੰਗ ਹੈ ਧੰਨਵਾਦ ਰੰਧਾਵਾ ਸਾਹਿਬ ਸਪੀਕਰ ਸਾਹਿਬ ਮੈਂ ਜਿਹੜਾ ਇਹਨਾਂ ਨੇ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਲਾਉਣ ਦਾ ਕੀਤਾ ਬੜਾ ਵਧੀਆ ਔਰ ਮੈਂ ਉਹਦੇ ਸ਼ਲਾਘਾ ਵੀ ਕਰਦਾ ਪਰ ਮੈਨੂੰ ਉਹ ਵੀ ਦਿਨ ਯਾਦ ਨੇ ਜਿਸ ਵੇਲੇ ਗਿਆਨੀ ਜੈਲ ਸਿੰਘ ਜੀ ਇੱਥੇ ਬੈਠੇ ਸੀਗੇ ਤੇ ਮੇਰਾ ਖਿਆਲ ਕਿ ਮੈਂ ਵੀ ਉਦੋਂ ਦੇਖਣ ਆਏ ਸੀ ਜਿਸ ਦਿਨ ਸਰਦਾਰ ਭਗਤ ਸਿੰਘ ਦੀ ਮਦਰ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਗਿਆ ਸੀ ਔਰ ਬਾਹਰ ਉੱਥੇ ਇੱਕ ਕਾਰ ਤੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਸੱਦ ਕੇ ਉਹਨਾਂ ਨੂੰ ਕਿਹਾ ਸੀ ਕਿ ਤੂੰ ਇਕੱਲੀ ਭਗਤ ਸਿੰਘ ਦੀ ਮਾਤਾ ਨਹੀਂ ਤੂੰ ਪੂਰੇ ਪੰਜਾਬ ਦੀ ਮਾਤਾ ਇਸ ਕਰਕੇ ਉਹਨਾਂ ਪੰਜਾਬ ਮਾਤਾ ਦਾ ਕੀ ਦਿੱਤਾ ਗਿਆ ਸੀ ਮੈਂ ਅੱਜ ਇਹ ਵੀ ਚਾਹਾਂਗਾ ਕਿ ਜਿੱਥੇ ਉਹਨਾਂ ਨੂੰ ਯਾਦ ਕੀਤਾ ਉੱਥੇ ਗਿਆਨੀ ਜੀ ਦਾ ਵੀ ਅੱਜ ਉਹ ਕਰਨਾ ਚਾਹੀਦਾ ਕਿ ਉਹਨਾਂ ਨੇ ਉਸ ਵੇਲੇ ਇਸ ਚੀਜ਼ ਨੂੰ ਲਿਆ ਕੇ ਬਹੁਤ ਵੱਡੀ ਗੱਲ ਕੀਤੀ ਸੀ ਔਰ ਜਿੰਨੀ ਦੇ ਮਾਤਾ ਜੀ ਜੀਦੇ ਰਹੇ ਉਹਨਾਂ ਨੂੰ ਪੈਨਸ਼ਨ ਔਰ ਉਹਨਾਂ ਦਾ ਸਾਰਾ ਜਿਹੜਾ ਸੀਗਾ ਉਹ ਗਿਆਨੀ ਜੀ ਨੇ ਔਰ ਜਿਹੜੇ ਵੀ ਦੇਸ਼ ਭਗਤ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਅੱਜ ਉਹਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਕਈ ਇਹੋ ਜਿਹੇ ਅਣਗੌਲੇ ਸਾਡੇ ਦੇਸ਼ ਭਗਤ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਦੇ ਅੱਜ ਜਰੀਏ ਅੱਜ ਇੱਥੇ ਬੈਠਾ ਤੇ ਮੇਰਾ ਖਿਆਲ ਹੈ ਕਿ ਜਿਹੜਾ ਵੀ ਦੇਸ਼ ਭਗਤ ਹੈ ਉਹਦੇ ਤੇ ਕੋਈ ਚੀਜ਼ ਹੈ ਉਹਦੇ ਤੇ ਕਦੀ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਦੇਸ਼ ਭਗਤ ਜਿਹੜੇ ਨੇ ਉਹ ਸਾਡੇ ਦੇਸ਼ ਦੇ ਸਰਮਾਇਆ ਨੇ ਤੇ ਸਭ ਤੋਂ ਵੱਧ ਕੁਰਬਾਨੀਆਂ ਵੀ ਅਸੀਂ ਕੀਤੀਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਇਸ ਕਰਕੇ ਸ਼ਹੀਦ ਭਗਤ ਸਿੰਘ ਮਹਾਰਾਜਾ ਰਣਜੀਤ ਸਿੰਘ ਤਾਂ ਜਿੰਨੇ ਵੀ ਸ਼ਹੀਦ ਹੋਏ ਨੇ ਤੇ ਮੇਰਾ ਖਿਆਲ ਹੈ ਕਿ ਬਾਜਵਾ ਸਾਹਿਬ ਬੈਠਿਆ ਦੂਸਰੇ ਬਾਜਵਾ ਸਾਹਿਬ ਬੈਠਿਆ ਤੇ ਸਭ ਤੋਂ ਵੱਧ ਜੇ ਕੋਈ ਦੇਸ਼ ਭਗਤਾਂ ਦੀ ਲਿਸਟ ਦੇਖਣੀ ਹੈ ਤੇ ਉਹ ਗੁਰਦਾਸਪੁਰ ਦਾ ਜਿਹੜਾ ਸਾਡਾ ਪੰਚਾਇਤ ਭਵਨ ਬਣਿਆ ਉਹਦੇ ਜਾ ਕੇ ਦੇਖੋ ਕਿ 22 ਸਾਲ 20 ਸਾਲ ਕਿੰਨੇ ਸਾਲ ਉਹਨਾਂ ਨੇ ਸ਼ਾਹੀ ਕੈਦੀ ਰਹੇ ਨੇ ਜਦੋਂ ਉਹਨਾਂ ਵੱਲ ਵੇਖੀਦਾ ਤੇ ਪਰਾਂ ਤੇ ਮਨ ਹੁੰਦਾ ਕਿ ਅਸੀਂ ਉਹਨਾਂ ਦੀ ਬਦੌਲਤ ਇੱਥੇ ਬੈਠੇ ਰਾਮ ਸਿੰਘ ਬਾਪੂ ਮੈਂ ਸਾਰੇ ਸਾਡੇ ਬੱਚੇ ਨਹੀਂ ਤੋਂ ਵਾਸਤੇ ਉਸੇ ਚੰਗੀ ਤੋਂ
तेजा सिंह स्वतंत्रा उन्होंने इन्हों की कुर्बानियां भुलिया नहीं जा सकती। इस करके ਜਿਹੜਾ कोई ਸਮੁੱਚਾ ਪੰਜਾਬ ਅੱਜ ਪੰਜਾਬ ਦੇ ਮੁੱਖ ਮੰਤਰੀ ਮਿਲਿਆ ਨਹੀਂ ਹੈਗਾ, ਉਹ ਘੱਟੋ ਘੱਟ ਆਪਾਂ ਇੱਥੋਂ ਮਤਾ ਪਾ ਕੇ ਕੇਂਦਰ ਸਰਕਾਰ ਕੋਲ ਭੇਜੀਏ ਤੇ ਟ੍ਰਾਇਰੀ ਬੈਂਚਸ ਨੇ ਉਹ ਗੱਲ ਸੁਣਨ ਦੀ ਬਜਾਏ ਜੋ ਹੋ ਹੱਲਾ ਸੀ ਉਹ ਬਹੁਤ ਮਚਾਇਆ ਸੀਗਾ। ਪਰ ਮੇਰੀ ਆਲ ਸਾਈਡ ਐਂਡ ਡਨ ਮੇਰੀ ਇਸ ਗੱਲ ਦੇ ਲਈ ਧੰਨਵਾਦ ਹੈ ਕਿ ਅੱਜ 23 ਜਿਸ ਦਿਨ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਹੁੰ ਖਟਕੜ ਕਲਾਂ ਦੀ ਉਸ ਪਵਿੱਤਰ ਪਾਵਨ ਧਰਤੀ ਨੂੰ ਨਤਮਸਤਕ ਹੋ ਕੇ ਪੰਜਾਬ ਦੀ ਪੰਜਾਬੀਆਂ ਦੀ ਸੇਵਾ ਕਰਨ ਦੀ ਸਹੁੰ ਚੁੱਕੀ ਹੈ, ਉਸ ਦਿਨ ਤੋਂ ਹੀ ਸ਼ਹੀਦ ਆਜ਼ਮ ਸਾਹਿਬ ਊਧਮ ਸਿੰਘ ਹੋਣਾ ਦੀ, ਭਗਤ ਸਿੰਘ ਜੀ ਹੋਣਾ ਦੀ, ਰਾਜਗੁਰੂ ਸੁਖਦੇਵ ਹੋਣਾ ਦੀ ਰੂਹ ਨੂੰ ਮੁੜ ਜਿਉਂਦਾ ਕਰਨ ਦਾ ਕੰਮ ਹੈ ਜਿਹੜਾ ਉਹ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਹੋ ਚੁੱਕਿਆ। ਸੋ ਮੇਰੀ ਤੁਹਾਡੇ ਸਾਰੇ ਸਾਥੀਆਂ ਨੂੰ, ਸਾਰੇ ਸਦਨ ਨੂੰ ਔਰ ਖਾਸ ਤੌਰ ਤੇ ਆਪੋਜੀਸ਼ਨ ਦੇ ਸਾਥੀਆਂ ਨੂੰ ਬੇਨਤੀ ਹੈ ਕਿ ਜੋ ਉਹਨਾਂ ਮਹਾਨ ਸ਼ਹੀਦਾਂ ਦੇ ਨਾਮ ਨੂੰ ਸਮਰਪਿਤ ਹਜੇ ਤੱਕ ਨਹੀਂ ਹੋਇਆ ਹੈਗਾ, ਕੰਸਟਰਕਟਿਵ ਸੁਝਾਵਾਂ ਦੇ ਰਾਹੀਂ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਕੰਨਾਂ ਤੱਕ ਜੇ ਇੱਕ ਲਫ਼ਜ਼ ਵੀ ਪਹੁੰਚੂਗਾ ਤੇ ਉਹ ਪੰਜਾਬ ਸਰਕਾਰ ਹੈ ਜਿਹੜੀ ਉਹ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਦੇ ਲਈ ਮਹਾਨ ਸ਼ਹੀਦਾਂ ਨੂੰ ਉਹ ਤਤਪਰ ਤਿਆਰ ਹਮੇਸ਼ਾ ਰਹੂਗੀ। ਸੋ ਇੱਕ ਵਾਰ ਫਿਰ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਸਮੁੱਚੇ ਸਦਨ ਦਾ, ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ। ਇਨਕਲਾਬ ਜ਼ਿੰਦਾਬਾਦ। ਧੰਨਵਾਦ। ਡਾਕਟਰ ਨਛੱਤਰਪਾਲ। ਮਾਨਯੋਗ ਸਪੀਕਰ ਸਾਹਿਬ, ਮੈਂ ਤੁਹਾਡੇ ਮਾਧਿਅਮ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਔਰ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਇਸ ਹਾਊਸ ਦੇ ਅੰਦਰ ਸੁਸ਼ੋਭਿਤ ਕਰਨ ਦਾ ਫੈਸਲਾ ਲਿਆ। ਕਿਉਂਕਿ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਉਂਦਾ ਔਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੰਦਰ ਪਹਿਲਾਂ ਜਿਹੜੀ ਜ਼ਿਲ੍ਹੇ ਦੇ ਅੰਦਰ ਛੁੱਟੀ ਹੁੰਦੀ ਸੀ, ਕੱਲ ਉੱਥੇ ਪ੍ਰੋਗਰਾਮ ਹੈ, ਤਾਂ ਜਦੋਂ ਅਸੀਂ ਪ੍ਰੋਗਰਾਮ ਲਈ ਸਾਰਿਆਂ ਨੂੰ ਬੇਨਤੀ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਿਹੜੀ ਛੁੱਟੀ ਸੀ ਉਹ ਬੰਦ ਕਰ ਦਿੱਤੀ ਗਈ, ਤੁਸੀਂ ਆਪਣੀ ਗੱਲ ਜ਼ਰੂਰ ਹਾਊਸ 'ਚ ਰੱਖਿਓ। ਮੈਂ ਧੰਨਵਾਦੀ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਛੁੱਟੀ ਐਲਾਨ ਕੀਤੀ, ਔਰ ਮੈਂ ਬੇਨਤੀ ਕਰਾਂਗਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਨੇ ਇਸ ਦੇਸ਼ ਨੂੰ ਸੰਵਿਧਾਨ ਦਿੱਤਾ, ਉਹਨਾਂ ਨੇ ਕਿਹਾ ਸੀਗਾ ਕਿ ਦੇਸ਼ ਦੇ ਅੰਦਰ ਸੰਵਿਧਾਨ ਜਿੰਨਾ ਮਰਜ਼ੀ ਵਧੀਆ ਹੋਵੇ, ਜੇ ਲਾਗੂ ਕਰਨ ਵਾਲੇ ਇਮਾਨਦਾਰ ਹੋਣ, ਨੀਅਤ ਸਾਫ਼ ਹੋਵੇ ਤਾਂ ਉਹਨੂੰ ਵਧੀਆ ਤਰੀਕੇ ਨਾਲ ਲਾਗੂ ਕਰ ਸਕਦੇ ਆ। ਮੈਂ ਪੜ੍ਹ ਰਿਹਾ ਸੀ ਕਿ 1951 ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਿਹੜਾ ਕਾਨੂੰਨ ਮੰਤਰੀ ਤੋਂ ਅਸਤੀਫਾ ਦੇਣਾ ਪਿਆ, ਇੱਕ ਬਿੰਦੂ ਸੀ ਕਿ ਦੇਸ਼ ਦੇ ਅੰਦਰ 35 ਤੋਂ 40% OBC ਜਿਹੜੇ ਲੋਕ ਹੈ ਜਿਨ੍ਹਾਂ ਨੂੰ ਉਹਨਾਂ ਦਾ ਬਣਦਾ ਹੱਕ ਅਧਿਕਾਰ ਨਹੀਂ ਦਿੱਤਾ ਗਿਆ, ਔਰ ਪੰਜਾਬ ਦੇ ਅੰਦਰ ਵੀ ਲੰਮੇ ਸਮੇਂ ਤੋਂ ਇਹ ਜਿਹੜਾ ਵਰਗ ਹੈ ਇਹ ਅਣਗੌਲਿਆ ਜਾ ਰਿਹਾ। ਇਸ ਕਰਕੇ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਮੇਰੀ ਬੇਨਤੀ ਹੈ ਕਿ ਜਿੱਥੇ ਇਹਨਾਂ ਮਹਾਂਪੁਰਸ਼ਾਂ ਦੀ ਆਈਡੀਓਲੋਜੀ ਨੂੰ, ਇਹਨਾਂ ਦੀ ਵਿਚਾਰਧਾਰਾ ਨੂੰ ਆਪਾਂ, ਇਹਨਾਂ ਦੀ ਸੋਚ ਨੂੰ ਆਪਾਂ ਬਹੁਤ ਜਿਹੜਾ ਅਸ਼ੀਰਵਾਦ ਲੈ ਰਹੇ ਹਾਂ, ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਵੀ ਅਸੀਂ ਪੰਜਾਬ ਦੇ ਅੰਦਰ ਲਾਗੂ ਕਰੀਏ। ਇਸ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਔਰ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ, ਕਿਉਂਕਿ ਬਹੁਜਨ ਸਮਾਜ ਪਾਰਟੀ ਨੈਸ਼ਨਲ ਪਾਰਟੀ ਆ, ਮੈਂ ਇਕੱਲਾ ਮੈਂਬਰ ਹਾਂ, ਤੁਸੀਂ ਮੈਨੂੰ ਹਮੇਸ਼ਾ ਜਿਹੜਾ ਮੌਕਾ ਦਿੰਦੇ ਆ, ਇਹਦੇ ਲਈ ਮੈਂ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਔਰ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। श्री अश्विनी शर्मा जी कुछ कहना चाहते हैं? ऐसा है कि स्पीकर साहब तुसी आवाज के बोलने ਲਈ ਕਿਹਾ, बड़ा धन्यवाद है। शहीद पूरी कौम का सरमाया ने और उन्होंने असी बंद के नहीं रख सकते। भगत सिंह केवल पंजाब नहीं, हिंदुस्तान तो बाहर भी जिहड़े देश के नाल प्यार करने वाले लोग ने उन्होंने आईकॉन ने।
ਇਹ ਬਹੁਤ ਵੱਡਾ ਨਿਰਣੇ ਹੈ, ਅੱਛਾ ਨਿਰਣੇ ਹੈ ਕਿ ਉਹਨਾਂ ਦੀ ਪ੍ਰਤਿਮਾ ਜਿਹੜੀ ਹੈ ਇੱਥੇ ਸਥਾਪਿਤ ਕੀਤੀ ਜਾਏ। ਲੇਕਿਨ ਪ੍ਰਤਿਮਾ ਕਾਫੀ ਨਹੀਂ ਹੈ। ਉਹਨਾਂ ਦੀ ਆਈਡੀਓਲੋਜੀ, ਉਹਨਾਂ ਦਾ ਜਿਹੜਾ ਵਿਚਾਰ ਹੈ ਉਹ ਕੇਵਲ ਨਾਰੇ ਦੇ ਨਾਲ ਨਹੀਂ ਪੂਰਾ ਹੋਣਾ ਕਿ ਅਸੀਂ ਹਾਊਸ ਦੇ ਅੰਦਰ ਇਨਕਲਾਬ ਜਿੰਦਾਬਾਦ ਬੋਲ ਦਈਏ ਤੇ ਇਨਕਲਾਬ ਕਹਿਦਾ ਇਹ, ਕਿਉਂਕਿ ਹਾਊਸ ਪਹਿਲਾਂ ਚੱਲ ਰਿਹਾ ਹੈ, ਇਸ ਕਰਕੇ ਇਹਦੇ ਅੰਦਰ ਕੋਈ ਤਲਖੀ ਵਾਲੀ ਗੱਲ ਨਹੀਂ ਕਰਨੀ। ਅਸੀਂ ਇਹ ਪ੍ਰਣ ਕਰਕੇ ਬੈਠੇ ਸੀ ਕਿ ਇਹ ਹਾਊਸ ਅੱਛੇ ਤਰੀਕੇ ਨਾਲ, ਲੇਕਿਨ ਮੈਨੂੰ ਲੱਗਦਾ ਡਿਬੇਟ ਨਹੀਂ ਹੋਣੀ ਚਾਹੀਦੀ ਸੀ। ਮੁੱਖ ਮੰਤਰੀ ਜੀ ਨੇ ਸਹਿਜ ਰੂਪ ਦੀ ਟਿੱਪਣੀ ਕੀਤੀ ਹੈ, ਉਹ ਮੈਨੂੰ ਲੱਗਦਾ ਕਿ ਮੈਂ ਮਾਫੀ ਦੇ ਨਾਲ ਕਹਾਂਗਾ ਕਿ ਉਹ ਜੇ ਪ੍ਰਸ਼ਨ ਨਾ ਵੀ ਕਰਦੇ ਤੇ ਜ਼ਿਆਦਾ ਸੁਫਾਲਾ ਰਹਿੰਦਾ। ਰਹੀ ਗੱਲ ਬਾਬਾ ਸਾਹਿਬ ਅੰਬੇਦਕਰ ਜੀ ਦੀ ਸੰਵਿਧਾਨ ਦੀਆਂ ਗੱਲਾਂ ਆਪਾਂ ਸਾਰੇ ਕਰਦੇ ਹਾਂ। ਮੈਂ ਇੱਕ ਮਿੰਟ ਸਹਿਮਤੀ ਹੈ ਜਾਂ ਅਸਹਿਮਤੀ, ਮੇਰੀ ਸਹਿਮਤੀ ਕਿਉਂ ਨਹੀਂ ਹੋਏਗੀ? ਮੇਰਾ ਇੱਕ ਮਿੰਟ ਜੇ ਤੁਸੀਂ ਮੌਕਾ ਦੇਤਾ ਤੇ ਲੈ ਲਓ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਭਾਰਤ ਰਤਨ ਦੀ ਉਪਾਧੀ ਦੇ ਨਾਲ ਸੁਸ਼ੋਭਿਤ ਕੀਤਾ ਔਰ ਉਹਨਾਂ ਦੀ ਆਈਡੀਓਲੋਜੀ ਸਾਡੇ ਜੀਵਨ ਦਾ ਹਿੱਸਾ ਬਣੇ। ਅਸੀਂ ਸੰਵਿਧਾਨ ਦੀ ਗੱਲ ਅਸੀਂ ਕਹਿੰਦੇ ਹਾਂ, ਸੰਵਿਧਾਨ ਨਿਰਮਾਤਾ ਨੇ। ਸਪੀਕਰ ਆਨ ਕਰੋ, ਮਾਈਕ ਤੇ ਬੋਲੋ। मैं बहुत धन्यवाद करता हाँ सारे सदन का कि शहीद आजम सरदार भगत सिंह जी की और जितने भी शहीदों की आप चर्चा कर रहे हैं। सर भगत सिंह मान सीएम पंजाब जी ने जिहड़ा आप खटकड़ कलां दे विच उन्होंने सीएम की शब्द चक्की। मेरा सिर्फ एक कहना है कि जिथे सारी प्रतिमावां जिथे भी स्थापित होण उन्होंने रख रखाव और सफाई का ध्यान रखने के लिए एक विशेष उपराला जरूर नाल किया जाए। जो भी एडमिनिस्ट्रेशन के अधीनों आता उन्होंने निर्देश जरूर दिता जाए, क्योंकि होता की है कई बार उत्थे रख रखाव करना सारा कुछ हाँ जी जी जी। और दूजी गल यह है कि उन्होंने जिथे आप बुत लगाने ने उन्होंने रूह फूकण की जरूरत है। जिहड़ी उन्होंने आइडियोलॉजी है उन्होंने रूह है, वो रूह फूकण के लिए आम आदमी पार्टी सरदार भगवंत सिंह मान के नेतृत्व उन्होंने शहीदों की आइडियोलॉजी के चलन का प्रण लैंदी है। उन्होंने कैबिनेट उन्होंने MLA साहबान सारे साडे सुप्रीमो अरविंद केजरीवाल साहब का भी यही दिशा निर्देश है। और साडा जिहड़ी शुरुआत है रंग के बसंती चोले के नाल हर एक जगह से होंगी है, वो उस आइडियोलॉजी के रूप मैं प्रार्थना करना कि सारे मैंबर साहबान धन्यवाद करता हूं। थैंक यू। दीपा सरबजीत कौर माणूके। स्पीकर साहब तुहाडा बहुत बहुत धन्यवाद, तुसीं मैनूं मौका दिता। मैं बिल्कुल सीएम साहब का भी धन्यवाद करती कि जिन्हों ने इस चीज़ से पहरा दिता कि वो कौम हमेशा जिंदी रही है, जी अपने शहीदों का समाया बचा के अपनी अगली पीढ़ी तक लेके जाती है। असी चाहते हैं मेरे वीर मेरे मैंबर साहबान अश्विनी जी ने बड़ा वधिया सुझाव दिता। बेनती तो एक ही है कि आप हम रल मिल के सेंटर के आप उन्होंने शहीदों का दर्जा दवाइए। तो पिछली सरकार बारे सीएम साहब का बहुत धन्यवाद करना। पिछली सरकार वेले जब संविधान बनाया सी उदों साडे पार्टी वालों सारे लीडर ऑफ ऑपोजिशन की अगवाई के एक मता प्रस्ताव दिता गया सी कि डॉक्टर BR अंबेडकर जी की हर सरकारी दफ्तर के फोटो लगे, जिन्हों तुसीं मन्निया ते तुहाडा बहुत धन्यवाद। एक गल मैं कहना चाहूँगी कि जब भी 23 मार्च वाले दिन छुट्टी होंदी सी एक वर्ग नूं एक जिले च अक्सर मुलाजम वर्ग ये सोचता हुंदा सी कि बाकी जिले असीं की करिए। मुलाजम वर्ग कदे भी छुट्टियां की आस नहीं रखता, पर उन्होंने किसी शहीद का जन्मदिन मनाने लई शहीदी समागम के करने लई जां किते जान शामिल होने के लिए समा जरूर चाहिए। तुहाडा स्पीकर साहब बहुत बहुत धन्यवाद मुख्यमंत्री साहब का जिन्होंने मन्निया ते शहीदी बहुत बहुत धन्यवाद। प्रश्न है कि सरदार भगत सिंह देश की आजादी की खातिर
ਸੰਵਿਧਾਨ ਲਿਖਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਸੇ ਕਰਕੇ ਉਹਨਾਂ ਨੂੰ ਸੰਵਿਧਾਨ ਦੇ ਨਿਰਮਾਤਾ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਮਹਾਨ ਸ਼ਖਸੀਅਤ ਨੂੰ ਹਮੇਸ਼ਾ अपनी याद में रखना चाहिए है ਅਤੇ ਸਾਨੂੰ ਉਹਨਾਂ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਲਈ ਇਹ ਸਦਨ ਰਾਜ ਸਰਕਾਰ ਨੂੰ ਪੁਰਜ਼ੋਰ ਸਿਫਾਰਿਸ਼ ਕਰਦਾ ਹੈ ਕਿ ਸ਼ਹੀਦ ਭਗਤ ਸਿੰਘ ਜੀ ਅਤੇ ਡਾਕਟਰ ਅੰਬੇਦਕਰ ਜੀ ਔਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਪੰਜਾਬ ਵਿਧਾਨ ਸਭਾ ਵਿੱਚ ਲਗਾਏ ਜਾਣ ਲਈ ਯੋਗ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਨੁਮਾਇੰਦੇ ਉਹਨਾਂ ਤੋਂ ਸੇਧ ਲੈ ਸਕਣ ਅਤੇ ਨਿਰਸਵਾਰਥ ਭਾਵਨਾ ਨਾਲ ਦੇਸ਼ ਦੀ ਸੇਵਾ ਕਰ ਸਕਣ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਮਤਾ ਸਰਬਸੰਮਤੀ ਨਾਲ ਪਾਸ ਹੋਇਆ, ਸਵੀਕਾਰ ਕੀਤਾ ਜਾਂਦਾ ਹੈ। अगली आइटम ਵਿੱਤੀ ਕੰਮਕਾਰ। ਵਿੱਤ ਮੰਤਰੀ ਜੀ ਸਾਲ 2021-22 ਲਈ ਪੰਜਾਬ ਸਰਕਾਰ ਦੇ ਖਰਚਿਆਂ ਲਈ ਗ੍ਰਾਂਟਾਂ ਲਈ ਅਨੁਪੂਰਕ ਮੰਗਾਂ ਪੇਸ਼ ਕਰਨ। ਮਾਨਯੋਗ ਸਪੀਕਰ ਸਾਹਿਬ, ਮੈਂ ਸਾਲ 2021-2022 ਲਈ ਪੰਜਾਬ ਸਰਕਾਰ ਦੇ ਖਰਚੇ ਲਈ ਗ੍ਰਾਂਟਾਂ ਲਈ ਅਨੁਪੂਰਕ ਮੰਗਾਂ ਪੇਸ਼ ਕਰਦਾ ਹਾਂ। ਅੱਜ ਦੀ ਕਾਰਜ ਸੂਚੀ ਵਿੱਚ ਸਦਨ ਦੀ ਬਹਿਸ ਅਤੇ ਵੋਟਿੰਗ ਲਈ ਕੁੱਲ 31 ਅਨੁਪੂਰਕ ਗ੍ਰਾਂਟਾਂ ਲਈ ਮੰਗਾਂ ਹਨ। ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਪਿਛਲੀ ਪ੍ਰਥਾ ਅਨੁਸਾਰ ਇਹ ਸਾਰੀਆਂ ਮੰਗਾਂ ਪੜ੍ਹੀਆਂ ਅਤੇ ਪ੍ਰਸਤਾਵ ਕੀਤੀਆਂ ਗਈਆਂ ਸਮਝੀਆਂ ਜਾਣ ਅਤੇ ਇਕੱਠੀਆਂ ਹੀ ਬਹਿਸ ਲਈ ਲੈ ਲਈਆਂ ਜਾਣ। ਬਹਿਸ ਦੌਰਾਨ ਮਾਨਯੋਗ ਮੈਂਬਰ ਜਿਸ ਮੰਗ ਤੇ ਬੋਲਣਾ ਚਾਹੁੰਦਾ ਹੋਵੇ ਉਸ ਮੰਗ ਦਾ ਜ਼ਿਕਰ ਜ਼ਰੂਰ ਕਰ ਦੇਵੇ। ਕੋਈ ਬਹਿਸ? ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਸਾਰੀਆਂ ਅਨੁਪੂਰਕ ਗ੍ਰਾਂਟਾਂ ਲਈ ਮੰਗਾਂ ਇਕੱਠੀਆਂ ਹੀ पक्ष की जित है, हाँ पक्ष की जित है, प्रस्ताव सर्वसम्मति ਨਾਲ स्वीकार हुआ। प्रश्न ये है कि कागज क्लास एक बिल का हिस्सा है। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ। प्रश्न ये है कि टाइटल बिल का टाइटल है जेडे मानयोग मैंबर प्रस्ताव के हक में हाँ कहन, जेडे मानयोग मैंबर प्रस्ताव के विरुद्ध ना कहन। मैं समझदा हाँ कि प्रस्ताव सर्वसम्मति ਨਾਲ स्वीकार होया। वित्त मंत्री जी बिल पास कर ली, प्रस्ताव पेश कर। माननीय स्पीकर साहब, मैं यह प्रस्ताव करता हाँ कि पंजाब निमित्तन बिल 2022 पास किया जाए। प्रस्ताव पेश किया गया कि पंजाब निमित्तन बिल 2022 पास किया जाए। प्रश्न है कि पंजाब निमित्तन बिल 2022 पास किया जाए। जेडे मानयोग मैंबर प्रस्ताव के हक में हाँ कहन, जेडे मानयोग मैंबर प्रस्ताव के विरुद्ध हैं वो ना कहन। मैं समझदा हाँ कि प्रस्ताव सर्वसम्मति ਨਾਲ स्वीकार होया। साल 2022-23 ਲਈ पंजाब सरकार के खर्चों ਲਈ लेखा अनुदान पेश करना। वित्त मंत्री जी साल 2022-23 ਲਈ पंजाब सरकार के खर्चों ਲਈ 3 ਮਹੀਨਿਆਂ ਲਈ लेखा अनुदान पेश करना। माननीय स्पीकर साहब, मैं साल 2022-2023 ਲਈ पंजाब सरकार के खर्चे ਲਈ 3 ਮਹੀਨਿਆਂ ਲਈ लेखा अनुदान पेश करता हाँ। वित्त मंत्री जी प्रस्ताव पेश कर। स्पीकर साहब, प्रस्ताव है, मैं प्रस्ताव करता हाँ कि 3 महीने अर्थात अप्रैल, मई और जून 2022 ਲਈ लेखा अनुदान जिन्हां की रकम 37,120 करोड़ 13,76,000
75000 ਰੁਪਏ ਬਣਦੀ ਹੈ, ਜਿਵੇਂ ਕਿ ਇਸ ਨਾਲ ਨੱਥੀ ਅਨੁਸੂਚੀ ਵਿੱਚ ਦੱਸੇ ਗਏ ਹਨ, ਤੇ ਤੁਰੰਤ ਵਿਚਾਰ ਕੀਤਾ ਜਾਵੇ ਤੇ ਇਹਨਾਂ ਨੂੰ ਪਾਸ ਕੀਤਾ ਜਾਵੇ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ। ਪੰਜਾਬ ਵਤਨ ਲੇਖਾ ਅਨੁਦਾਨ ਬਿੱਲ 2022 ਵਿੱਤ ਮੰਤਰੀ ਜੀ ਬਿੱਲ ਪੇਸ਼ ਕਰਨ। ਮਾਨਯੋਗ ਸਪੀਕਰ ਸਾਹਿਬ, ਮੈਂ ਪੰਜਾਬ ਨਿਮਿਤਨ ਲੇਖਾ ਅਨੁਦਾਨ ਬਿੱਲ 2022 ਪੇਸ਼ ਕਰਦਾ ਹਾਂ ਅਤੇ ਇਹ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਿਮਿਤਨ ਲੇਖਾ ਅਨੁਦਾਨ ਬਿੱਲ 2022 ਤੇ ਤੁਰੰਤ ਵਿਚਾਰ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਿਮਿਤਨ ਲੇਖਾ ਅਨੁਦਾਨ ਬਿੱਲ 2022 ਤੇ ਤੁਰੰਤ ਵਿਚਾਰ ਕੀਤਾ ਜਾਵੇ। ਪ੍ਰਸ਼ਨ ਹੈ ਕਿ ਪੰਜਾਬ ਨਿਮਿਤਨ ਲੇਖਾ ਅਨੁਦਾਨ ਬਿੱਲ 2022 ਤੇ ਤੁਰੰਤ ਵਿਚਾਰ ਕੀਤਾ ਜਾਵੇ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ। ਹੁਣ ਸਦਨ ਬਿੱਲ ਤੇ ਕਲਾਸਵਾਰ ਵਿਚਾਰ ਕਰੇਗਾ। ਪ੍ਰਸ਼ਨ ਇਹ ਹੈ ਕਿ ਕਲਾਸ 2 ਤੋਂ 4 ਬਿੱਲ ਦਾ ਹਿੱਸਾ ਹਨ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਨੂੰ ਨਾ ਕਹਿਣ। ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ। ਪ੍ਰਸ਼ਨ ਇਹ ਹੈ ਕਿ ਸ਼ਡਿਊਲ ਬਿੱਲ ਦਾ ਹਿੱਸਾ ਹੈ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ। ਪ੍ਰਸ਼ਨ ਇਹ ਹੈ ਕਿ ਕਲਾਸ 1 ਬਿੱਲ ਦਾ ਹਿੱਸਾ ਹੈ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਨੂੰ ਨਾ ਕਹਿਣ। ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ। ਪ੍ਰਸ਼ਨ ਇਹ ਹੈ ਕਿ ਟਾਈਟਲ ਬਿੱਲ ਦਾ ਟਾਈਟਲ ਹੈ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਨੂੰ ਨਾ ਕਹਿਣ। ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ। ਵਿੱਤ ਮੰਤਰੀ ਜੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰਨ। ਮਾਨਯੋਗ ਸਪੀਕਰ ਸਾਹਿਬ, ਮੈਂ ਇਹ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਿਮਿਤਨ ਲੇਖਾ ਅਨੁਦਾਨ ਬਿੱਲ 2022 ਪਾਸ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਿਮਿਤਨ ਲੇਖਾ ਅਨੁਦਾਨ ਬਿੱਲ 2022 ਪਾਸ ਕੀਤਾ ਜਾਵੇ। ਪ੍ਰਸ਼ਨ ਹੈ ਕਿ ਪੰਜਾਬ ਨਿਮਿਤਨ ਲੇਖਾ ਅਨੁਦਾਨ ਬਿੱਲ 2022 ਪਾਸ ਕੀਤਾ ਜਾਵੇ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਨੂੰ ਨਾ ਕਹਿਣ। ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਹੋਇਆ। ਸਦਨ